ਜੀ ਆਇਆਂ ਨੂੰ ਅੱਜ ਦੇ ਇਸ ਵਿਸ਼ਲੇਸ਼ਣ ਵਿੱਚ। ਅੱਜ ਆਪਾਂ 1705 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਦੇ ਇਤਿਹਾਸਿਕ ਪੰਨਿਆਂ ਨੂੰ ਫਰੋਲਾਂਗੇ। ਇਹ ਸਿਰਫ ਇਤਿਹਾਸ ਦੀ ਕੋਈ ਆਮ ਘਟਨਾ ਨਹੀਂ ਹੈ, ਬਲਕਿ ਸਰੀਰਕ ਸਹਿਣਸ਼ੀਲਤਾ ਅਤੇ ਅਧਿਆਤਮਿਕ ਦ੍ਰਿੜਤਾ ਦੀ ਇੱਕ ਬਹੁਤ ਵੱਡੀ ਅਤੇ ਸਖਤ ਪ੍ਰੀਖਿਆ ਹੈ। ਸੋ ਬਿਨਾਂ ਕਿਸੇ ਦੇਰੀ ਦੇ ਸਿੱਧਾ ਇਸੇ ਵੱਲ ਵੱਧਦੇ ਹਾਂ। ਹੁਣ ਇਸ ਇਤਿਹਾਸ ਦੀ ਗਹਿਰਾਈ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਅਹਿਮ ਸਵਾਲ ਦਿਮਾਗ ਵਿੱਚ ਆਉਂਦਾ ਹੈ। ਆਖਿਰ ਇੱਕ ਭਿਆਨਕ ਨੁਕਸਾਨ ਇੱਕ ਸਦੀਵੀ ਜਿੱਤ ਕਿਵੇਂ ਬਣ ਸਕਦਾ ਹੈ? 8 ਮਹੀਨਿਆਂ ਦੀ ਇਹ ਲੰਮੀ ਘੇਰਾਬੰਦੀ ਅਤੇ ਇੱਕ ਐਡੇ ਵੱਡੇ ਦੁਖਾਂਤ ਨੇ ਇੱਕ ਅਜਿਹੀ ਸੋਚ ਨੂੰ ਕਿਵੇਂ ਜਨਮ ਦਿੱਤਾ ਜੋ ਅੱਜ ਤੱਕ ਕਾਇਮ ਹੈ? ਬਿਲਕੁਲ ਇਸੇ ਸਵਾਲ ਦੇ ਆਲੇ-ਦੁਆਲੇ ਸਾਡੀ ਅੱਜ ਦੀ ਇਹ ਪੂਰੀ ਚਰਚਾ ਘੁੰਮੇਗੀ। ਆਓ ਪਹਿਲਾਂ ਥੋੜਾ ਪਿਛੋਕੜ ਸਮਝੀਏ। 1705 ਤੱਕ ਆਉਂਦਿਆਂ ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਤਾਕਤ ਦਾ ਸੰਤੁਲਨ ਬਿਲਕੁਲ ਬਦਲਣ ਲੱਗ ਪਿਆ ਸੀ। 1699 ਵਿੱਚ ਸਾਜੇ ਗਏ ਖਾਲਸੇ ਨੇ ਬਰਾਬਰੀ ਅਤੇ ਸਮਾਨਤਾ ਦਾ ਜੋ ਸੁਨੇਹਾ ਦਿੱਤਾ, ਉਹ ਕਹਿਲੂਰ ਦੇ ਰਾਜਾ ਅਜਮੇਰ ਚੰਦ ਵਰਗੇ ਮੁਕਾਮੀ ਪਹਾੜੀ ਰਾਜਿਆਂ ਦੀ ਪੁਰਾਣੀ ਜਾਤੀ ਆਧਾਰਿਤ ਸੋਚ ਲਈ ਇੱਕ ਸਿੱਧਾ ਖਤਰਾ ਬਣ ਗਿਆ। ਉਨ੍ਹਾਂ ਲਈ ਇਹ ਨਵਾਂ ਬਦਲਾਅ ਬਿਲਕੁਲ ਬਰਦਾਸ਼ਤ ਤੋਂ ਬਾਹਰ ਸੀ। ਤੇ ਫੇਰ ਕੀ ਹੋਇਆ? ਜਦੋਂ ਪਹਾੜੀ ਰਾਜੇ ਆਪਣੇ ਦਮ ਤੇ ਗੁਰੂ ਸਾਹਿਬ ਨੂੰ ਰੋਕਣ ਵਿੱਚ ਅਸਫਲ ਰਹੇ ਤਾਂ ਉਨ੍ਹਾਂ ਨੇ ਸਿੱਧਾ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਾਮਰਾਜ ਲਈ ਇੱਕ ਬਾਗੀ ਵਜੋਂ ਪੇਸ਼ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਿੱਲੀ, ਲਾਹੌਰ ਅਤੇ ਸਰਹੰਦ ਤੋਂ ਮੁਗਲ ਫੌਜਾਂ ਦਾ ਇੱਕ ਬਹੁਤ ਵੱਡਾ ਸਾਂਝਾ ਹਮਲਾ ਸ਼ੁਰੂ ਹੋਇਆ। ਇਹ ਗੱਠਜੋੜ ਸੱਚਮੁੱਚ ਬਹੁਤ ਵਿਸ਼ਾਲ ਸੀ। ਇਸ ਸਮਾਂ ਰੇਖਾ ਤੇ ਇੱਕ ਨਜ਼ਰ ਮਾਰਦੇ ਹਾਂ। ਮਈ 1705 ਤੋਂ ਲੈ ਕੇ ਦਸੰਬਰ 1705 ਤੱਕ ਦਾ ਇਹ 8 ਮਹੀਨਿਆਂ ਦਾ ਸਫ਼ਰ ਬੇਹੱਦ ਦਰਦਨਾਕ ਸੀ। ਹਮਲਾਵਰਾਂ ਦੀ ਰਣਨੀਤੀ ਬਹੁਤ ਸਿੱਧੀ ਪਰ ਬੇਹੱਦ ਜ਼ਾਲਮ ਸੀ। ਕਿਲੇ ਦੇ ਅੰਦਰ ਵਾਲਿਆਂ ਨੂੰ ਭੁੱਖੇ ਮਾਰ ਕੇ ਆਤਮ ਸਮਰਪਣ ਕਰਵਾਉਣਾ। ਇਹ ਕੋਈ ਆਮ ਝੜਪ ਨਹੀਂ ਸੀ। ਇਹ ਮਹੀਨਿਆਂ ਤੱਕ ਚੱਲਣ ਵਾਲਾ ਇੱਕ ਸਖਤ ਇਮਤਿਹਾਨ ਸੀ। ਇਸ ਘੇਰਾਬੰਦੀ ਦੇ 3 ਮੁੱਖ ਪੜਾਅ ਸਨ। ਪਹਿਲਾ, ਮੁਕੰਮਲ ਨਾਕਾਬੰਦੀ, ਮਤਲਬ ਬਾਹਰੋਂ ਅੰਨ ਜਾਂ ਪਾਣੀ ਦਾ ਇੱਕ ਕਤਰਾ ਵੀ ਅੰਦਰ ਨਹੀਂ ਜਾ ਸਕਦਾ ਸੀ। ਦੂਜਾ, ਅੱਤ ਦੀ ਭੁੱਖਮਰੀ। ਹਾਲਾਤ ਇੰਨੇ ਖਰਾਬ ਹੋ ਗਏ ਕਿ ਅੰਦਰ ਬਚਣ ਲਈ ਦਰਖਤਾਂ ਦੇ ਪੱਤੇ ਅਤੇ ਛਿੱਲਣਾ ਤੱਕ ਖਾਣੀਆਂ ਪਈਆਂ। ਪਰ ਤੀਜੀ ਗੱਲ ਸਭ ਤੋਂ ਕਮਾਲ ਦੀ ਹੈ, ਨਿਰੰਤਰ ਰੱਖਿਆ। ਇੰਨੀ ਭੁੱਖਮਰੀ ਦੇ ਬਾਵਜੂਦ ਹਰ ਇੱਕ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ। ਭੁੱਖਮਰੀ ਦੀ ਹਾਲਤ ਇੰਨੀ ਅਸਹਿ ਹੋ ਚੁੱਕੀ ਸੀ ਕਿ 40 ਸਿੱਖਾਂ ਦੇ ਇੱਕ ਜਥੇ ਨੇ ਕਾਗਜ਼ ਤੇ ਬੇਦਾਵਾ ਲਿਖਿਆ ਤੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ। ਪਰ ਅਸਲ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ। ਉਹ ਵਾਪਸ ਪਰਤੇ ਅਤੇ ਮੁਕਤਸਰ ਦੀ ਜੰਗ ਵਿੱਚ ਸ਼ਹੀਦੀ ਪਾਈ। ਇਸੇ ਕੁਰਬਾਨੀ ਕਰਕੇ ਇਤਿਹਾਸ ਵਿੱਚ ਉਹਨਾਂ ਨੂੰ 40 ਮੁਕਤੇ ਕਿਹਾ ਜਾਂਦਾ ਹੈ। ਹੁਣ ਸਥਿਤੀ ਇਹ ਬਣ ਗਈ ਸੀ ਕਿ ਦੋਵਾਂ ਪਾਸਿਆਂ ਵਿਚਕਾਰ ਇੱਕ ਭਿਆਨਕ ਖੜੋਤ ਆ ਗਈ। ਇੱਕ ਪਾਸੇ ਹਮਲਾਵਰ ਫੌਜਾਂ ਕਿਲੇ ਦੇ ਅੰਦਰ ਵੜਨ ਵਿੱਚ ਨਾਕਾਮ ਸਨ ਕਿਉਂਕਿ ਬਚਾਅ ਬਹੁਤ ਮਜ਼ਬੂਤ ਸੀ, ਅਤੇ ਦੂਜੇ ਪਾਸੇ ਕਿਲੇ ਦੇ ਅੰਦਰ ਮੌਜੂਦ ਸਿੱਖਾਂ ਕੋਲ ਖਾਣ ਲਈ ਬਿਲਕੁਲ ਕੁਝ ਨਹੀਂ ਬਚਿਆ ਸੀ। ਦੋਵੇਂ ਪਾਸੇ ਬੁਰੀ ਤਰ੍ਹਾਂ ਥੱਕ ਚੁੱਕੇ ਸਨ। ਇਸ ਖੜੋਤ ਨੂੰ ਤੋੜਨ ਲਈ ਹਮਲਾਵਰਾਂ ਨੇ ਫਿਰ ਧਰਮ ਦਾ ਸਹਾਰਾ ਲਿਆ। ਮੁਗਲ ਕਮਾਂਡਰਾਂ ਨੇ ਪਵਿੱਤਰ ਕੁਰਾਨ ਤੇ ਅਤੇ ਪਹਾੜੀ ਰਾਜਿਆਂ ਨੇ ਗੀਤਾ ਤੇ ਕਸਮਾਂ ਖਾਧੀਆਂ। ਉਨ੍ਹਾਂ ਨੇ ਲਿਖਤੀ ਵਾਅਦਾ ਭੇਜਿਆ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕਿਲਾ ਖਾਲੀ ਕਰ ਦਿੰਦੇ ਨੇ ਤਾਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਬਿਲਕੁਲ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਉਨ੍ਹਾਂ ਪਵਿੱਤਰ ਧਾਰਮਿਕ ਕਸਮਾਂ ਤੇ ਭਰੋਸਾ ਕਰਦੇ ਹੋਏ ਆਖਰਕਾਰ ਇੱਕ ਵੱਡਾ ਫੈਸਲਾ ਲਿਆ ਗਿਆ। 5 ਅਤੇ 6 ਦਸੰਬਰ 1705 ਦੀ ਦਰਮਿਆਨੀ ਰਾਤ ਨੂੰ ਕਿਲਾ ਛੱਡਣ ਦੀ ਸ਼ੁਰੂਆਤ ਹੋਈ। ਮਈ ਤੋਂ ਸ਼ੁਰੂ ਹੋਈ ਉਸ ਭਿਆਨਕ ਘੇਰਾਬੰਦੀ ਦਾ ਅੰਤ ਨਜ਼ਰ ਆ ਰਿਹਾ ਸੀ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪਿੱਛੇ ਛੱਡ ਕੇ ਅੱਗੇ ਵਧ ਗਏ। ਪਰ ਸ਼ਾਂਤੀ ਦੀ ਆਸ ਬਹੁਤ ਹੀ ਜਲਦੀ ਟੁੱਟ ਗਈ। ਜਿਵੇਂ ਹੀ ਕਾਫਲਾ ਕਿਲੇ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਆਇਆ, ਗੱਠਜੋੜ ਦੀਆਂ ਫੌਜਾਂ ਨੇ ਆਪਣੀਆਂ ਸਾਰੀਆਂ ਕਸਮਾਂ ਛਿੱਕੇ ਟੰਗ ਦਿੱਤੀਆਂ। ਉਨ੍ਹਾਂ ਨੇ ਪਿੱਛੇ ਹਟ ਰਹੇ ਕਾਫਲੇ ਤੇ ਅਚਾਨਕ ਹਮਲਾ ਕਰ ਦਿੱਤਾ। ਤੇ ਵੱਡਾ ਧੋਖਾ ਉਸ ਵੇਲੇ ਹੋਇਆ ਜਦੋਂ ਕਾਫਲਾ ਸਰਸਾ ਨਦੀ ਕੋਲ ਪਹੁੰਚ ਰਿਹਾ ਸੀ, ਜਿਸ ਵਿੱਚ ਪਹਿਲਾਂ ਹੀ ਬਹੁਤ ਭਾਰੀ ਹੜ੍ਹ ਆਇਆ ਹੋਇਆ ਸੀ। ਇਹ ਸਿਰਫ ਇੱਕ ਹਮਲਾ ਨਹੀਂ ਸੀ, ਇਹ ਇੱਕ ਪੂਰਨ ਤਬਾਹੀ ਸੀ। ਹੜ੍ਹ ਵਾਲੀ ਸਰਸਾ ਨਦੀ ਦੇ ਕੰਢੇ ਜੋ ਜੰਗ ਹੋਈ, ਉਹ ਬੇਹੱਦ ਭਿਆਨਕ ਅਤੇ ਹਫੜਾ-ਤਫੜੀ ਵਾਲੀ ਸੀ। ਇਸ ਅਫਰਾ-ਤਫਰੀ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਤੇ ਸਿਰਫ ਇਹੀ ਨਹੀਂ, ਇੱਕ ਬਹੁਤ ਵੱਡਾ ਸੱਭਿਆਚਾਰਕ ਨੁਕਸਾਨ ਵੀ ਹੋਇਆ। ਬਹੁਤ ਸਾਰੀਆਂ ਕੀਮਤੀ ਅਤੇ ਪ੍ਰਾਚੀਨ ਸਿੱਖ ਹੱਥ ਲਿਖਤਾਂ ਨਦੀ ਦੇ ਤੇਜ਼ ਵਹਾਅ ਦੀ ਭੇਂਟ ਚੜ੍ਹ ਗਈਆਂ ਅਤੇ ਹਮੇਸ਼ਾ ਲਈ ਗੁੰਮ ਹੋ ਗਈਆਂ। ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਿਰਫ 40, ਜੀ ਹਾਂ, ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਸਿਰਫ 40 ਸਿੱਖ ਇੱਕ ਕੱਚੀ ਗੜੀ ਵਿੱਚ ਪਹੁੰਚਦੇ ਹਨ ਤੇ ਗੜੀ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।
ਇਹ ਅੰਕ ਆਪਣੇ ਆਪ ਵਿੱਚ ਚਮਕੌਰ ਦੀ ਜੰਗ ਦੇ ਪੈਮਾਨੇ ਨੂੰ ਬਿਆਨ ਕਰਦਾ ਹੈ। ਇੰਨੇ ਵੱਡੇ ਅੰਤਰ ਦੇ ਬਾਵਜੂਦ ਵੀ ਉਹਨਾਂ ਨੇ ਜੋ ਮੁਕਾਬਲਾ ਕੀਤਾ, ਉਹ ਇਹ ਹੈਰਾਨ ਕਰਨ ਵਾਲਾ ਹੈ। ਚਮਕੌਰ ਦੀ ਇਸੇ ਭਿਆਨਕ ਅਤੇ ਅਸਮਾਨ ਜੰਗ ਦੇ ਦੌਰਾਨ ਸਿੱਖ ਇਤਿਹਾਸ ਦਾ ਇੱਕ ਹੋਰ ਅਹਿਮ ਅਤੇ ਭਾਵੁਕ ਪੰਨਾ ਲਿਖਿਆ ਗਿਆ। ਇੱਥੇ ਗੁਰੂ ਸਾਹਿਬ ਦੇ ਦੋ ਵੱਡੇ ਸੁਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਹਜ਼ਾਰਾਂ ਦੀ ਫੌਜ ਦਾ ਸਾਹਮਣਾ ਕਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਅਸੂਲਾਂ ਲਈ ਇਸ ਤੋਂ ਵੱਡੀ ਕੁਰਬਾਨੀ ਸ਼ਾਇਦ ਹੀ ਕਿਤੇ ਹੋਰ ਮਿਲੇ। ਪਰ ਦਰਦਨਾਕ ਘਟਨਾਵਾਂ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋਇਆ। ਜੋ ਦੋ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਸਰਸਾ ਨਦੀ ਤੇ ਵਿਛੜ ਗਏ ਸਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਹਿੰਦ ਦੇ ਸੂਬੇਦਾਰ ਨੇ ਉਹਨਾਂ ਵੱਲੋਂ ਆਪਣਾ ਧਰਮ ਨਾ ਛੱਡਣ ਕਰਕੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਹਨਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚੁਣਵਾ ਦਿੱਤਾ। ਹੁਣ ਇੰਨਾ ਕੁਝ ਹੋਣ ਤੋਂ ਬਾਅਦ ਕੋਈ ਵੀ ਸੋਚ ਸਕਦਾ ਹੈ ਕਿ ਇਹ ਤਾਂ ਇੱਕ ਬਹੁਤ ਵੱਡੀ ਹਾਰ ਦੀ ਕਹਾਣੀ ਹੈ, ਪਰ ਅਸਲ ਵਿੱਚ ਐਸਾ ਬਿਲਕੁਲ ਨਹੀਂ ਹੈ। ਸਿੱਖ ਇਤਿਹਾਸ ਵਿੱਚ ਇਸ ਨੂੰ ਕਦੇ ਵੀ ਹਾਰ ਨਹੀਂ ਮੰਨਿਆ ਗਿਆ, ਬਲਕਿ ਇਹ ਚੜ੍ਹਦੀ ਕਲਾ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਭਾਵ ਹਾਲਾਤ ਭਾਵੇਂ ਕਿੰਨੇ ਵੀ ਭਿਆਨਕ ਕਿਉਂ ਨਾ ਹੋਣ, ਆਪਣਾ ਮਨੋਬਲ ਹਮੇਸ਼ਾ ਉੱਚਾ ਰੱਖਣਾ ਅਤੇ ਆਪਣੇ ਸਿਧਾਂਤਾਂ ਤੋਂ ਕਦੇ ਵੀ ਪਿੱਛੇ ਨਾ ਹਟਣਾ। ਸੋ ਅੰਤ ਵਿੱਚ ਇਹ ਸਭ ਸਾਨੂੰ ਇੱਕ ਬਹੁਤ ਹੀ ਡੂੰਘੇ ਵਿਚਾਰ ਵੱਲ ਲੈ ਜਾਂਦਾ ਹੈ। ਜਦੋਂ ਸਾਰੀਆਂ ਸਰੀਰਕ ਲੜਾਈਆਂ ਹਾਰੀਆਂ ਹੋਈਆਂ ਜਾਪਦੀਆਂ ਹੋਣ ਤਾਂ ਮਨੁੱਖੀ ਆਤਮਾ ਨੂੰ ਡਟੇ ਰਹਿਣ ਦੀ ਤਾਕਤ ਕੌਣ ਦਿੰਦਾ ਹੈ? ਇਹ ਇਤਿਹਾਸ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸਲ ਜਿੱਤ ਜ਼ਮੀਨਾਂ ਜਿੱਤਣ ਵਿੱਚ ਨਹੀਂ, ਸਗੋਂ ਆਪਣੇ ਅਸੂਲਾਂ ਤੇ ਅਡਿੱਗ ਰਹਿਣ ਵਿੱਚ ਹੈ। ਇਸੇ ਵਿਚਾਰ ਦੇ ਨਾਲ ਆਪਣਾ ਅੱਜ ਦਾ ਇਹ ਵਿਸ਼ਲੇਸ਼ਣ ਇੱਥੇ ਹੀ ਖਤਮ ਹੁੰਦਾ ਹੈ। ਉਮੀਦ ਹੈ ਕਿ ਇਸ ਨਾਲ ਸਾਨੂੰ ਸਭ ਨੂੰ ਇਤਿਹਾਸ ਨੂੰ ਇੱਕ ਵੱਖਰੇ ਅਤੇ ਡੂੰਘੇ ਨਜ਼ਰੀਏ ਤੋਂ ਸਮਝਣ ਦਾ ਮੌਕਾ ਮਿਲਿਆ ਹੋਵੇਗਾ।